Good morning, students. So next अपने को लिए criticism of Rostow stages of economic development. ਹਿਰਸ਼ਮੈਨ ਅਤੇ ਕੁਜ਼ਡੈਟ ਨੇ ਜਿਹੜੇ ਉਹ ਪ੍ਰਿੰਸੀਪਲ ਕ੍ਰਿਟਿਕ ਸੀਗੇ ਰੋਸਟੋ ਦੇ ਸਟੇਜਸ ਆਫ ਇਕਨੋਮਿਕ ਡਿਵੈਲਪਮੈਂਟ ਦੇ। ਉਹਨਾਂ ਨੇ ਕੀ ਕ੍ਰਿਟਿਸਿਜ਼ਮ ਦਿੱਤਾ। ਫਸਟ ਕਹਿੰਦਾ ਕਿ ਟਰਡੀਸ਼ਨਲ ਸੋਸਾਇਟੀ ਇਜ਼ ਨਾਟ ਅਸੈਂਸ਼ੀਅਲ ਫॉर ਡਿਵੈਲਪਮੈਂਟ। ਕਹਿੰਦਾ ਜ਼ਰੂਰੀ ਨਹੀਂ ਹੈ ਕਿ ਹਰੇਕ ਕੰਟਰੀ ਹੈ ਜਿਹੜੀ ਫਸਟ ਸਟੇਜ 'ਚੋਂ ਪਾਸ ਹੋਵੇ। ਕੁਛ ਇੱਕ ਨੇਸ਼ਨਸ ਲਾਈਕ ਆਸਟ੍ਰੇਲੀਆ, ਕੈਨੇਡਾ, ਅਮੈਰੀਕਾ ਅਤੇ ਨਿਊਜ਼ੀਲੈਂਡ ਜਿਹੜੇ ਉਹ ਇਸ ਟਰਡੀਸ਼ਨਲ ਸੋਸਾਇਟੀਜ਼ ਤੋਂ ਅਲੱਗ ਦੂਰ ਨੇ ਅਤੇ ਉੱਥੇ ਜਿਹੜੀ ਹੈ ਟਰਡੀਸ਼ਨਲ ਸੋਸਾਇਟੀ ਆਈ ਹੀ ਨਹੀਂ। ਠੀਕ ਹੈ, ਮਤਲਬ ਉਹ ਕਹਿੰਦੇ ਨੇ ਟਰਡੀਸ਼ਨਲ ਜਿਹੜੀ ਫਸਟ ਸਟੇਜ ਹੈ ਉਸ ਤੋਂ ਬਿਨਾਂ ਵੀ ਜਿਹੜੀਆਂ ਕੰਟਰੀਜ਼ ਨੇ ਉਹ ਸਟੇਜਸ ਆਫ ਗਰੋਥ ਦੇ ਵਿੱਚ ਜਾ ਸਕਦੇ। ਠੀਕ ਹੈ, ਮਤਲਬ ਸਟੇਜਸ ਦੱਸ ਦਿੱਤੇ ਆ। ਵੈਸੇ ਤਾਂ ਇਹ ਜੋ ਸਟੇਜ ਤੁਹਾਡੇ ਕੋਲ ਆਲਰੇਡੀ ਆ ਚੁੱਕੀ ਹੈ ਤਾਂ ਠੀਕ ਹੈ, ਤੁਸੀਂ ਸੈਕਿੰਡ ਦੇ ਉੱਤੇ ਜੰਪ ਕਰ ਜਾਓਗੇ, ਹੈ ਨਾ। ਸੈਕਿੰਡ ਕ੍ਰਿਟਿਸਿਜ਼ਮ ਹੈ ਪ੍ਰੀ ਕੰਡੀਸ਼ਨਸ ਮੇ ਨਾਟ ਪ੍ਰੋਸੀਡ ਦਾ ਟੇਕ ਆਫ। ਇਟ ਇਜ਼ ਨਾਟ ਨੈਸੈਸਰੀ ਕਿ ਜਿਹੜੀਆਂ ਪ੍ਰੀ ਕੰਡੀਸ਼ਨਸ ਨੇ ਉਹ ਟੇਕ ਆਫ ਤੋਂ ਬਾਅਦ ਹੀ ਆਉਣ। ਫॉर ਐਗਜ਼ਾਮਪਲ ਜ਼ਰੂਰੀ ਨਹੀਂ ਕਿ ਐਗਰੀਕਲਚਰ ਰੈਵੋਲਿਊਸ਼ਨ ਐਂਡ ਡਿਵੈਲਪਮੈਂਟ ਆਫ ਇਨਫਰਾਸਟਰਕਚਰ ਫੈਸਿਲਿਟੀਜ਼ ਨੇ ਉਹ ਟੇਕ ਆਫ ਸਟੇਜ ਤੋਂ ਪਹਿਲਾਂ ਹੀ ਆ ਜਾਣ। ਕਹਿੰਦਾ ਕਈ ਵਾਰੀ ਟੇਕ ਆਫ ਸਟੇਜ ਦੇ ਵਿੱਚ ਵੀ ਐਗਰੀਕਲਚਰ ਦੇ ਵਿੱਚ ਚੇਂਜਸ ਆ ਸਕਦੀਆਂ ਨੇ। ਓਵਰਲੈਪਿੰਗ ਦਾ ਮਤਲਬ ਹੈ ਕਿ ਓਵਰਲੈਪ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਡਬਲਿੰਗ ਹੋ ਜਾਣੀ। ਔਥੈਂਟਿਸਿਟੀ ਹੁੰਦਾ ਹੈ ਉਹਦੀ ਰਿਐਲਿਟੀ। ਕਹਿੰਦੇ ਜਿਹੜੇ ਇਕਨੋਮਿਕ ਹਿਸਟਰੀ ਹੈ ਉਹਨੂੰ 5 ਸਟੇਜਸ ਦੇ ਵਿੱਚ ਜਿਹੜਾ ਹੈ ਉਹ ਡਿਵਾਈਡ ਕੀਤਾ ਹੈ। ਕੰਟਰੋਵਰਸੀ ਹੈ ਅਮੰਗ ਦ ਇਕੋਨੋਮਿਸਟ। ਆਰ ਦਾ ਸਟੇਜਸ ਗਿਵਨ ਬਾਈ ਰੋਸਟੋ ਇਨਐਵਿਟੇਬਲ। ਕਹਿੰਦਾ ਕਿ ਜਿਹੜੀਆਂ ਰੋਸਟੋ ਨੇ ਸਟੇਜਸ ਦਿੱਤੀਆਂ ਨੇ ਉਹ ਸਹੀ ਨੇ। ਲਾਈਕ ਬਰਥ ਐਂਡ ਡੈਥ ਐਂਡ ਡੂ ਦੇ ਫੋਲੋ ਸੈਟ ਸੀਕੁਐਂਸ ਲਾਈਕ ਚਾਈਲਡਹੁੱਡ, ਅਡੋਲਸੈਂਸ, ਮੈਚੋਰਿਟੀ ਐਂਡ ਓਲਡ ਏਜ। ਕਹਿੰਦਾ ਜਿਸ ਤਰ੍ਹਾਂ ਦੇ ਨਾਲ ਜ਼ਿੰਦਗੀ ਦਾ ਚੱਕਰ ਚੱਲਦਾ ਹੈ ਕਿ ਪਹਿਲਾਂ ਚਾਈਲਡਹੁੱਡ ਹੁੰਦਾ ਹੈ, ਫਿਰ ਅਡਲਟ ਹੋ ਜਾਂਦਾ ਬੱਚਾ, ਫਿਰ ਮੈਚਿਓਰ ਹੋ ਜਾਂਦਾ, ਫਿਰ ਓਲਡ ਏਜ ਜਾਂਦਾ ਹੈ। ਕਿ ਰੋਸਟੋ ਦੀਆਂ ਸਟੇਜਸ ਵੀ ਇਹੀ ਨੇ। ਇਟ ਇਜ਼ ਡਿਫੀਕਲਟ ਟੂ ਡਿਸਟਿੰਗੁਇਸ਼ ਬਿਟਵੀਨ ਦ ਬਿਗਨਿੰਗ ਆਫ ਵਨ ਸਟੇਜ ਵਿਦ ਦੀ ਐਂਡ ਆਫ ਦੀ ਅਦਰ। ਇਨਫੈਕਟ ਮੋਸਟ ਕੰਟਰੀਜ਼ ਦਾ ਐਕਸਪੀਰੀਅੰਸ ਇਹੀ ਕਹਿੰਦਾ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਈਵਨ ਟੇਕ ਆਫ ਸਟੇਜ ਦੇ ਵਿੱਚ ਵੀ ਚੱਲ ਰਹੀ ਸੀ। ਉਹਦੀ ਐਗਜ਼ਾਮਪਲ ਉਹਨੇ ਨਿਊਜ਼ੀਲੈਂਡ ਅਤੇ ਡੈਨਮਾਰਕ ਦੀ ਦਿੱਤੀ ਹੈ। ਔਨ ਦੀ ਅਦਰ ਸਾਈਡ ਰੋਸਟੋ ਨੇ ਜਿਹੜਾ ਇਹ ਕਿਹਾ ਹੈ ਕਿ ਜਿਹੜੀ ਸੋਸ਼ਲ ਓਵਰਹੈਡ ਕੈਪੀਟਲ ਹੈ ਉਹਦੀ ਇੰਪੋਰਟੈਂਸ ਹੈ ਉਹ ਰੇਲਵੇਜ਼ ਨੇ, ਸਪੈਸ਼ਲੀ ਰੇਲਵੇਜ਼ ਨੇ ਟੇਕ ਆਫ ਸਟੇਜ ਦੇ ਵਿੱਚ ਹੀ ਜਾ ਕੇ ਲਈ ਸੀ। ਫਿਰ ਟੇਕ ਆਫ ਸਟੇਜ ਦਾ ਕ੍ਰਿਟਿਸਿਜ਼ਮ ਕੀਤਾ ਹੈ। ਟੇਕ ਆਫ ਸਟੇਜ ਕੀ ਹੈ? ਮੋਸਟ ਵਾਈਡਲੀ ਡਿਸਕਸ ਅਤੇ ਕੰਟਰੋਵਰਸ਼ੀਅਲ ਸਟੇਜ ਹੈ। ਕੈਰਨ ਕ੍ਰਾਸ ਕਹਿੰਦਾ ਹੈ ਕਿ ਇਸ ਸਟੇਜ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਹੈ ਜਿਹੜਾ ਉਹ ਅਨਡਾਊਟਲੀ ਟੇਕ ਆਫ ਦਾ ਜਿਹੜਾ ਉਹ ਹੈ ਸਿਸਟਮ ਹੈ ਉਹ ਆ ਜਾਂਦਾ ਹੈ, ਪਰ ਜਿਹੜੀ ਇਕੋਨਮੀ ਹੈ ਉਹ ਇਸ ਤਰੀਕੇ ਦੇ ਨਾਲ ਇੰਨੀ ਕੁ ਜ਼ਿਆਦਾ ਤਿਆਰ ਨਹੀਂ ਹੁੰਦੀ। ਉਹਦੇ ਵਾਸਤੇ ਹੁਣ ਉਹਨੇ ਦੱਸਿਆ ਕਹਿੰਦਾ ਡਿਸਐਗਰੀਮੈਂਟ ਓਵਰ ਡੇਟਸ ਆਫ ਟੇਕ ਆਫ। ਕਿ ਜਿਵੇਂ ਆਪਾਂ ਪਿਛਲੇ ਆਪਣੇ ਇੱਕ ਟੇਬਲ ਦੇ ਵਿੱਚ ਡੇਟਸ ਦੱਸਿਆ ਸੀ ਨਾ ਕਿ ਇਹ ਕੰਟਰੀ ਇਸ ਸਮੇਂ ਟੇਕ ਆਫ 'ਚ ਆ ਗਈ, ਇਸ ਸਮੇਂ ਆ ਗਈ। ਕਹਿੰਦਾ ਉਹ ਗਲਤ ਨੇ। ਇਕਨੋਮਿਕ ਹਿਸਟੋਰੀਅਨਸ ਨੇ ਦੇ ਆਰ ਡਾਊਟਫੁਲ ਓਵਰ ਦ ਡੇਟਸ ਸਜੈਸਟਡ ਬਾਈ ਰੋਸਟੋ। ਡੇਟਸ ਆਲਸੋ ਵੇਰੀ ਫਰਮ ਪਬਲੀਕੇਸ਼ਨ ਟੂ ਪਬਲੀਕੇਸ਼ਨ। ਫॉर ਇੰਸਟੈਂਸ ਕਹਿੰਦਾ ਇੰਡੀਆ ਦੇ ਵਿੱਚ ਇੱਕ ਆਰਟੀਕਲ ਦ ਟੇਕ ਆਫ ਇਨਟੂ ਸੈਲਫ ਸਸਟੇਨ ਗਰੋਥ ਉਹਨਾਂ ਨੇ 1937 ਵਿੱਚ ਕਿਹਾ ਸੀ। ਉਸ ਤੋਂ ਬਾਅਦ ਇੱਕ ਹੋਰ ਪਬਲੀਕੇਸ਼ਨ ਆਈ, ਉਹਨਾਂ ਨੇ ਕਿਹਾ ਕਿ ਇੰਡੀਆ ਟੇਕ ਆਫ ਦੇ ਵਿੱਚ 1952 ਦੇ ਵਿੱਚ ਆਇਆ। ਤਾਂ ਇੱਥੇ ਮਤਲਬ ਜਿਹੜਾ ਹੈ ਕੰਸੈਂਸਸ ਹੈ ਉਹ ਨਹੀਂ ਮਿਲ ਰਿਹਾ। ਨੈਕਸਟ ਹੈ ਪੋਸੀਬਿਲਿਟੀਜ਼ ਆਫ ਫੇਲਰ ਨਾਟ ਕੰਸੀਡਰਡ ਇਨ ਦ ਐਰੋਨੋਟੀਕਲ ਕੰਸੈਪਟ ਆਫ ਗਰੋਥ। ਐਰੋਨੋਟੀਕਲ ਹੁੰਦਾ ਹੈ ਜਿਹੜਾ ਐਰੋਪਲੇਨਸ ਦੇ ਨਾਲ ਰਿਲੇਟ ਕਰਦਾ ਹੈ। ਕਹਿੰਦਾ ਜਿਹੜਾ ਰੋਸਟੋ ਹੈ ਉਹਨੇ ਬੰਪ ਡਾਊਨ ਜਾਂ ਕ੍ਰੈਸ਼ ਲੈਂਡਿੰਗਸ ਦੀ ਗੱਲ ਹੀ ਨਹੀਂ ਕੀਤੀ। ਮਤਲਬ ਕਦੇ ਉਹਨੇ ਹਮੇਸ਼ਾ ਇਹੀ ਕਿਹਾ ਕਿ ਟਰਡੀਸ਼ਨਲ ਤੋਂ ਤੁਸੀਂ ਇਸ ਚਲੇ ਜਾਓਗੇ, ਫਿਰ ਟੇਕ ਆਫ 'ਚ ਚਲੇ ਜਾਓ, ਫਿਰ ਮੈਚੋਰਿਟੀ 'ਚ ਹੋ ਜਾਓਗੇ, ਫਿਰ ਹਾਈ। ਉਹਨੇ ਨਹੀਂ ਕਿਹਾ ਕਿ ਅਗਰ ਤੁਸੀਂ ਕਿਸੇ ਸਟੇਜ ਦੇ ਵਿੱਚ ਗਿਰ ਜਾਂਦੇ ਹੋ ਤਾਂ ਥੱਲੇ ਆ ਕੇ ਕਿੱਥੇ ਆ ਕੇ ਗਿਰਦੇ ਹੋ ਕਿ ਤਾਂ ਫਿਰ ਕੀ ਹੁੰਦਾ ਹੈ। ਲਿਮਿਟੇਸ਼ਨਸ ਆਫ ਕੰਡੀਸ਼ਨਸ ਆਫ ਟੇਕ ਆਫ। ਜਿਹੜੀਆਂ ਟੇਕ ਆਫ ਦੀਆਂ ਕੰਡੀਸ਼ਨਸ ਲਈਆਂ ਨੇ ਉਹ ਵੀ ਗਲਤ ਨੇ। ਪਹਿਲੀ ਜਿਵੇਂ ਕੰਡੀਸ਼ਨ ਲਈ ਸੀ ਟੇਕ ਆਫ ਦੀ ਗਰੋਥ ਰੇਟ ਆਫ ਇਨਵੈਸਟਮੈਂਟ ਹੈ ਕਿ ਓਵਰ 10% ਆਫ GNP ਜਾਂ ਨੈਸ਼ਨਲ ਇਨਕਮ ਹੋਣਾ ਚਾਹੀਦਾ। ਕਹਿੰਦਾ ਸਾਨੂੰ ਕਿਤੇ ਵੀ ਇਹੋ ਜਿਹਾ ਹਿਸਟੋਰੀਕਲ ਡਾਟਾ ਨਹੀਂ ਮਿਲਿਆ ਕਿ ਜਿਹਦੇ ਵਿੱਚ ਇੰਨੀ ਜ਼ਿਆਦਾ ਸ਼ਾਰਪ ਇਨਕਰੀਜ਼ ਹੈ ਜਿਹੜੀ ਉਹ ਇਨਵੈਸਟਮੈਂਟ ਦੇ ਵਿੱਚ ਆਈ ਹੋਵੇ। ਫਿਰ ਨੈਕਸਟ ਹੈ ਸਮ ਸਪੈਸੀਫਿਕ ਇੰਡਸਟਰੀਜ਼ ਨੇ ਕਹਿੰਦਾ ਉਹ ਲੀਡਿੰਗ ਸੈਕਟਰਸ ਨਹੀਂ ਹੋ ਸਕਦੀਆਂ। ਰੋਸਟੋ ਨੇ ਐਮਫਸਿਸ ਦਿੱਤਾ ਸੀ ਔਨ ਲਿਮਿਟਡ ਨੰਬਰ ਆਫ ਲੀਡਿੰਗ ਸੈਕਟਰ ਲਾਈਕ ਟੈਕਸਟਾਈਲ, ਰੇਲ, ਰੋਡਸ ਐਟਸੈਟਰਾ। ਪਰ ਇਕਨੋਮਿਕ ਗਰੋਥ ਹੈ ਉਹ ਹਮੇਸ਼ਾ ਹੀ ਕਹਿੰਦਾ ਇੱਕ ਫਿਊ ਲੀਡਿੰਗ ਸੈਕਟਰ ਦੇ ਬੇਸ ਦੇ ਉੱਤੇ ਨਹੀਂ ਚੱਲ ਸਕਦੀ। ਨੈਕਸਟ ਹੈ ਲਿਟਲ ਡਿਫਰੈਂਸ ਬਿਟਵੀਨ ਫਸਟ ਐਂਡ ਥਰਡ ਕੰਟਰੀਜ਼। ਥਰਡ ਕੰਟਰੀਜ਼ ਹੁੰਦੇ ਬੇਟਾ ਅੰਡਰ ਡਿਵੈਲਪਡ ਕੰਟਰੀਜ਼, ਫਸਟ ਕੰਟਰੀਜ਼ ਹੁੰਦੇ ਡਿਵੈਲਪਡ। ਲਾਸਟ ਕੰਡੀਸ਼ਨ ਟੇਕ ਆਫ ਦੀ ਜਿਹੜੀ ਲਈ ਹੈ ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਇੱਕ ਕਲਚਰਲ ਫਰੇਮਵਰਕ ਹੁੰਦਾ ਹੈ ਜਿਹੜਾ ਕਿ ਸਾਨੂੰ ਆਊਟਗੋਇੰਗ ਕਰੈਕਟਰ ਜਿਹੜੀ ਸਾਡੀ ਚੇਂਜ ਦੇ ਵਿੱਚ ਰਿਸਪੋਂਸੀਬਲ ਹੁੰਦਾ ਹੈ। ਪਰ ਰੋਸਟੋ ਦੇ ਅਕੋਰਡਿੰਗਲੀ ਨੈਸੈਸਰੀ ਕੰਡੀਸ਼ਨ ਇਸ ਵਾਸਤੇ ਹੈ ਕਿ ਕੈਪੈਸਿਟੀ ਟੂ ਮੋਬਿਲਾਈਜ਼ ਕੈਪੀਟਲ ਫਰੋਮ ਡੋਮੈਸਟਿਕ ਰਿਸੋਰਸਿਸ। ਦਿਸ ਇਜ਼ ਇਨ ਫੈਕਟ ਨਥਿੰਗ ਲੈਸ ਬਟ ਦੀ ਕੰਡੀਸ਼ਨ ਆਫ ਟੇਕ ਆਫ ਰੀਸਟੇਟਡ। ਜਦੋਂ ਜਿਹੜੀ ਜਿੱਥੇ
ਰੋਸਟੋ ਨੇ ਕਿਹਾ ਹੈ ਕਿ ਅਸੀਂ ਕੈਪੀਟਲ ਨੂੰ ਇਸ ਤਰ੍ਹਾਂ ਦੇ ਨਾਲ ਮੋਬਿਲਾਈਜ਼ ਕਰੀਏ ਕਿ ਡੋਮੈਸਟਿਕ ਰਿਸੋਰਸਿਸ ਨੇ ਜਿਹੜੇ ਉਹਦੇ ਵਿੱਚੋਂ ਪਾਸ ਔਨ ਹੋ ਸਕਣ। ਕਹਿੰਦਾ ਇਹ ਸਿਰਫ ਕੀ ਹੈ, ਇਹ ਫਸਟ ਕੰਡੀਸ਼ਨ ਟੇਕ ਆਫ ਦੀ ਹੈ ਜਿਹੜੀ ਦੁਬਾਰਾ ਤੋਂ ਲਿਖ ਦਿੱਤੀ ਗਈ ਹੈ। ਇੱਥੇ ਫਸਟ ਅਤੇ ਥਰਡ ਕੰਟਰੀਜ਼ ਦਾ ਕੋਈ ਡਿਸਟਿੰਗੁਇਸ਼ਮੈਂਟ ਹੈ ਜਿਹੜਾ ਨਹੀਂ ਕੀਤਾ ਗਿਆ, ਫਸਟ ਅਤੇ ਥਰਡ ਕੰਡੀਸ਼ਨ ਸੇਮ ਲਈ ਗਈ ਹੈ। ਦੈਨ ਸਟੇਜ ਆਫ ਡਰਾਈਵ ਟੂ ਮੈਚੋਰਿਟੀ ਪਜ਼ਲਿੰਗ ਐਂਡ ਮਿਸਲੀਡਿੰਗ। ਕਹਿੰਦਾ ਇਹਦੇ ਵਿੱਚ ਉਹੀ ਸਾਰੇ ਜਿਹੜੇ ਕੀ ਕਹਿੰਦੇ ਹੁੰਦੇ ਨੇ ਫੀਚਰਸ ਨੇ ਜੋ ਟੇਕ ਆਫ ਸਟੇਜ ਦੇ ਵਿੱਚ ਸੀ। ਕਹਿੰਦਾ ਟੇਕ ਆਫ ਸਟੇਜ ਅਤੇ ਫਿਰ ਡਰਾਈਵ ਟੂ ਮੈਚੋਰਿਟੀ ਸਟੇਜ ਦੇ ਵਿੱਚ ਜਿਹੜਾ ਹੈ ਉਹ ਕੋਈ ਫਰਕ ਸਾਨੂੰ ਜਿਹੜਾ ਹੈ ਉਹ ਨਹੀਂ ਲੱਗਦਾ। ਵੇਅਰ ਲਾਈਜ਼ ਦ ਨੀਡ ਫਾਰ, ਕਹਿੰਦਾ ਸੈਪਰੇਟ ਸਟੇਜ ਦੀ ਸਾਨੂੰ ਕਿੱਥੇ ਲੋੜ ਹੈ। ਇਟ ਕੈਨ ਬੀ ਸੈਲਫ ਸਸਟੇਨ, ਕਹਿੰਦਾ ਅਸੀਂ ਟੇਕ ਆਫ ਸਟੇਜ ਦੇ ਵਿੱਚ ਹੀ ਸੈਲਫ ਸਸਟੇਨਡ ਹੋ ਜਾਂਦੇ ਹਾਂ, ਤਾਂ ਡਰਾਈਵ ਟੂ ਮੈਚੋਰਿਟੀ ਅਤੇ ਹਾਈ ਮਾਸ ਕੰਜ਼ੰਪਸ਼ਨ ਸਟੇਜਸ ਦੀ ਜ਼ਰੂਰਤ ਹੀ ਨਹੀਂ ਸੀ। ਲੈਕ ਆਫ ਗੁੱਡ ਥਿਊਰੀ, ਸਟੇਜਸ ਆਫ ਗਰੋਥ ਹੈ, ਜਿਵੇਂ ਰੋਸਟੋ ਨੇ ਦੱਸਿਆ ਸੀ ਉਹ ਕੋਈ ਗੁੱਡ ਥਿਊਰੀ ਆਫ ਗਰੋਥ ਦੇ ਉੱਤੇ ਬੇਸਡ ਨਹੀਂ ਹੈ। ਦੇਰ ਇਜ਼ ਮੋਰ ਲਾਈਕ ਅ ਮੈਨੀਫੈਸਟੋ, ਕਹਿੰਦਾ ਇਹ ਤਾਂ ਇੱਕ ਹਿਸਟੋਰੀਅਨ ਦਾ ਮੈਨੀਫੈਸਟੋ ਹੁੰਦਾ ਹੈ, ਆਪਦੀ ਗੱਲ ਸਾਹਮਣੇ ਰੱਖਣੀ, ਨਾ ਕਿ ਇਹਦੇ ਵਿੱਚ ਕੁਛ ਵੀ ਲੌਜੀਕਲ ਨਹੀਂ ਹੈ। ਮਤਲਬ ਜਿਵੇਂ ਮੈਂ ਹੁਣ ਕਹਿ ਦਾਂ ਕਿ ਮੈਨੂੰ ਆਹ ਚੀਜ਼ ਪਸੰਦ ਹੈ, ਪਰ ਉਹਦੇ ਪਿੱਛੇ ਮੇਰਾ ਕਾਰਨ ਕੀ ਹੈ, ਉਹਦਾ ਬੇਸਿਸ ਕੀ ਹੈ, ਉਹ ਮੈਂ ਨਾ ਦੱਸਾਂ, ਠੀਕ ਹੈ ਨਾ, ਤਾਂ ਉਹ ਇੱਕ ਗੁੱਡ ਥਿਊਰੀ ਨਹੀਂ ਹੋਵੇਗੀ। ਲੈਕ ਆਫ ਲੌਜਿਕ ਵੀ ਨਹੀਂ ਹੈ। ਇਟ ਕੈਨ ਨਾਟ ਬੀ ਸੈਡ ਵਿਦ ਸਰਟਨਟੀ ਕਿ ਜਿਹੜੀ ਗਰੋਥ ਪ੍ਰੋਸੈਸ ਆ ਉਹ ਸਾਰੀਆਂ ਇਕੋਨਮੀਜ਼ ਹੈ ਜਿਹੜੀਆਂ ਉਹ ਇਹਨਾਂ 5 ਸਟੇਜਸ ਦੇ ਵਿੱਚੋਂ ਨਿਕਲਦੀਆਂ ਨੇ। ਲੈਕ ਆਫ ਨੌਲੇਜ ਰਿਗਾਰਡਿੰਗ ਮੇਨ ਡਿਟਰਮੀਨੈਂਟ, ਰੋਸਟੋ ਹੈ ਜਿਹੜਾ ਮੇਨ ਡਿਟਰਮੀਨੈਂਟਸ ਆਫ ਗਰੋਥ ਹੈ ਜਿਹੜਾ ਉਹਨਾਂ ਨੂੰ ਦੱਸਣ ਦੇ ਵਿੱਚ ਫੇਲ ਹੋਇਆ ਹੈ। ਹੀ ਮੇਅਰਲੀ ਉਹ ਸਿਰਫ ਹਿਸਟੋਰੀਕਲ ਗਰੋਥ ਪਾਥ ਦੀ ਹੀ ਗੱਲ ਕਰਦਾ ਹੈ। ਲੈਕ ਆਫ ਬੇਸਿਸ, ਰੋਸਟੋ ਨੇ ਜਿਹੜਾ ਹੈ ਉਹ ਇੱਕ ਸਟੇਜ ਨੂੰ ਦੂਜੀ ਸਟੇਜ ਤੋਂ ਡਿਸਟਿੰਗੁਇਸ਼ ਨਹੀਂ ਕੀਤਾ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪਹਿਲੀ ਸਟੇਜ ਖਤਮ ਹੋ ਜਾਂਦੀ ਹੈ ਅਤੇ ਦੂਜੀ ਸਟਾਰਟ ਹੋ ਜਾਂਦੀ ਹੈ। ਅਨਸਰਟਨਟੀ ਹੈ, ਰੋਸਟੋ ਨੇ ਸੀਕੁਐਂਸ ਆਫ ਸਟੇਜਸ ਦੇ ਦਿੱਤੀਆਂ, ਪਰ ਫਿਰ ਵੀ ਉਹ ਕੋਰਸ ਆਫ ਇਵੈਂਟਸ ਨੇ ਜਿਹੜਾ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਣ ਵਿੱਚ ਜਿਹੜਾ ਹੈ ਸਕਸੈਸਫੁਲ ਨਹੀਂ ਹੋਇਆ। ਫਿਰ ਰੋਸਟੋ ਦੀਆਂ ਸਟੇਜਸ ਸਾਰੀਆਂ ਕੰਟਰੀਜ਼ ਦੇ ਉੱਤੇ ਨਹੀਂ ਲੱਗਦੀਆਂ। ਸਮ ਕੰਟਰੀਜ਼ ਨੇ ਜਿਹੜੀਆਂ ਉਹ ਜੰਪ ਕਰ ਜਾਂਦੀਆਂ ਨੇ ਇੱਕ ਸਟੇਜ ਤੋਂ ਦੂਜੀ ਸਟੇਜ ਵਿੱਚ, ਮਤਲਬ ਦੂਜੀ ਆਉਂਦੀ ਸੀ ਤਾਂ ਤੀਜੀ ਦੇ ਉੱਤੇ ਪਹੁੰਚ ਜਾਂਦੀਆਂ ਨੇ। ਤਾਂ ਰੋਸਟੋ ਦੀਆਂ ਸਟੇਜਸ ਇੱਕ ਆਰਡਰ ਦੇ ਵਿੱਚ ਸਾਰਿਆਂ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੀਆਂ। ਫਿਰ ਕੰਟੀਨਿਊਸ ਗਰੋਥ, ਇਹ ਕਹਿਣਾ ਕਿ ਕੋਈ ਕੰਟਰੀ ਕੰਟੀਨਿਊਸਲੀ ਗਰੋਥ ਕਰਦੀ ਹੈ, ਸੈਲਫ ਸਫੀਸ਼ੀਐਂਟ ਹੋ ਜਾਂਦੀ ਹੈ ਜਾਂ ਇੱਕ ਨੈਚੁਰਲ ਸੀਕੁਐਂਸ ਆਫ ਇਵੈਂਟਸ ਦੇ ਥਰੂ ਚੱਲਦੀ ਰਹਿੰਦੀ ਹੈ, ਇਹ ਗਲਤ ਹੈ। ਕਦੇ ਵੀ ਕਹਿੰਦਾ ਜਿਹੜਾ ਉਸਨੂੰ ਸੈਟਬੈਕ ਮਿਲ ਸਕਦਾ ਹੈ ਉਹਦੀ ਇੱਥੇ ਕਿਤੇ ਵੀ ਗੱਲ ਨਹੀਂ ਕੀਤੀ ਗਈ ਹੈ। ਠੀਕ ਹੈ ਬੇਟਾ, ਅਤੇ ਇਹਦੇ ਉੱਤੇ ਲੌਂਗ ਕੁਐਸਚਨ ਇੱਕੋ ਹੀ ਬਣਨਾ ਹੈ, ਰੋਸਟੋ ਦੀਆਂ ਸਟੇਜਸ ਆਫ ਗਰੋਥ ਸਾਰਾ ਹੀ ਲਿਖਣਾ ਹੈ। ਤੁਸੀਂ ਦੇਖਣਾ ਹੈ ਕਿ ਇਹ ਤੁਹਾਡੇ ਕੋਲ ਜਿੰਨੇ ਵੀ 8-10 ਪੇਜ ਬਣਦੇ ਨੇ ਤੁਸੀਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਉਹ 7 ਪੇਜਾਂ ਦੇ ਵਿੱਚ ਆਪਣਾ ਕੁਐਸਚਨ ਉਸਨੂੰ ਕਲੀਅਰ ਕਰਨਾ ਹੈ। ਠੀਕ ਹੈ, ਸ਼ਾਰਟ ਕੁਐਸਚਨ 'ਚ ਬੇਟਾ ਇਹੀ ਸਾਰੇ ਬਣੇ ਨੇ। ਪਹਿਲਾਂ ਉਹਨੇ ਫਸਟ ਸਟੇਜਸ ਦਾ ਪੁੱਛ ਲਿਆ, ਫਿਰ ਟ੍ਰੈਡੀਸ਼ਨਲ ਸੋਸਾਇਟੀ, ਟੇਕ ਆਫ, ਫਿਰ ਮੇਨ ਫੀਚਰਸ, ਫਿਰ ਟੇਕ ਆਫ ਸਟੇਜ ਦੇ ਮੇਨ ਫੀਚਰਸ, ਠੀਕ ਹੈ, ਫਿਰ ਡਰਾਈਵ ਟੂ ਮੈਚੋਰਿਟੀ ਦੇ ਹਾਈ ਮਾਸ ਕੰਜ਼ੰਪਸ਼ਨ। ਲੌਂਗ ਕੁਐਸਚਨ ਲਰਨ ਕਰ ਲਿਆ, ਸ਼ਾਰਟ ਆਪਣੇ ਆਪ ਹੀ ਹੋ ਜਾਣਾ ਹੈ। ਠੀਕ ਹੈ, ਉਸ ਤੋਂ ਬਾਅਦ ਆ ਦੇਖੋ ਫਸਟ ਕੁਐਸਚਨ ਹੈ ਵੇਰੀਅਸ ਸਟੇਜਸ ਆਫ ਇਕਨੋਮਿਕ ਡਿਵੈਲਪਮੈਂਟ ਐਜ਼ ਗਿਵਨ ਬਾਈ ਰੋਸਟੋ, ਇਹ ਦਿੱਤਾ ਹੋਇਆ ਹੈ ਤੁਹਾਨੂੰ ਕੁਐਸਚਨ। ਠੀਕ ਹੈ, ਸੋ ਲੌਂਗ ਕੁਐਸਚਨ ਇੱਕੋ ਹੀ ਬਣਨਾ ਹੈ। ਵੱਡਾ ਲਰਨ ਕਰ ਲਿਆ, ਜੇ ਵਿੱਚੋਂ ਉਹਨੇ ਕੋਈ 2 ਸਟੇਜਸ ਪੁੱਛਣੇ ਤਾਂ 2 ਦੱਸ ਦੋਗੇ ਤੁਸੀਂ। ਠੀਕ ਹੈ, ਸੋ ਵਿਦ ਦਿਸ ਆਈ ਥਿੰਕ ਆਪਣਾ ਇਹ ਜਿਹੜਾ ਜਸਟ ਵੇਟ ਫॉर ਅ ਸੈਕਿੰਡ ਬੇਟਾ, ਆਪਣਾ ਸੀ ਯੂਨਿਟ ਹੈ ਜਿਹੜਾ ਇੱਥੇ ਖਤਮ ਹੋ ਜਾਂਦਾ ਹੈ। ਯੈਸ, ਆਪਣੇ 2 ਯੂਨਿਟ ਕੰਪਲੀਟ ਹੋ ਚੁੱਕੇ ਨੇ, ਮਤਲਬ ਆਪਣਾ 50% ਸਿਲੇਬਸ ਹੈ ਜਿਹੜਾ ਖਤਮ ਹੋ ਚੁੱਕਿਆ ਹੈ। ਹੁਣ ਆਪਾਂ ਡੀ ਯੂਨਿਟ ਹੈ ਜਿਹੜਾ ਕੱਲ੍ਹ ਤੋਂ ਕਰਾਂਗੇ, ਥਿਊਰੀ ਆਫ ਇਕਨੋਮਿਕ ਪਲੈਨਿੰਗ। ਥੋੜ੍ਹਾ ਲੰਬਾ ਚੈਪਟਰ ਹੈ, ਮਤਲਬ ਇੰਨਾ ਉਹ ਨਹੀਂ ਹੈਗਾ, ਇੰਪੋਰਟੈਂਟ ਨਹੀਂ ਹੈਗਾ, ਅਤੇ ਬਹੁਤ ਛੋਟੇ ਕੰਸੈਪਟ ਨੇ। 24-25 ਪੇਜਾਂ ਦਾ ਜਿਹੜਾ ਚੈਪਟਰ ਹੈ ਇਹ ਹੈ। ਅਤੇ ਡੀ ਯੂਨਿਟ ਖਤਮ ਕਰਨ ਤੋਂ ਬਾਅਦ ਹੋਪਫੁਲੀ ਕਾਲਜ ਖੁੱਲ੍ਹ ਜਾਣਗੇ। ਠੀਕ ਹੈ, ਫਿਰ ਆਪਾਂ ਗਰੋਥ ਦੇ ਮਾਡਲਸ ਨੇ ਉਹ ਕਰਾਂਗੇ। ਠੀਕ ਹੈ, ਸੋ ਬੇਟਾ ਨਾਲ ਮੇਰੀ ਤੁਹਾਨੂੰ ਰੋਜ਼ ਇਹੀ ਰਿਕੁਐਸਟ ਹੈ ਕਿ ਨਾਲ ਆਪਣਾ ਸਿਲੇਬਸ ਹੈ ਉਹਨੂੰ ਕਰਦੇ ਜਾਓ, ਅਦਰਵਾਈਜ਼ ਤੁਸੀਂ ਪਿੱਛੇ ਛੁੱਟ ਜਾਓਗੇ। ਮੈਂ ਸਿਲੇਬਸ ਕਰਵਾਈ ਜਾਣਾ ਬੇਟਾ, ਫਿਰ ਬਹੁਤ ਮੁਸ਼ਕਿਲ ਆਉਣੀ ਹੈ। ਠੀਕ ਹੈ, ਸੋ ਟਰਾਈ ਟੂ ਬੀ ਰੈਗੂਲਰ, ਅਤੇ ਵੀਡੀਓਜ਼ ਨੂੰ ਆਪਣੀ ਕਨਵੀਨੀਅੰਸ 'ਤੇ 1-2-3 ਵਾਰ ਜਿਵੇਂ ਵੀ ਸੁਣਨਾ ਹੁੰਦਾ ਸੁਣ ਲਿਆ ਕਰੋ। ਕੋਈ ਪ੍ਰੋਬਲਮ ਆਉਂਦੀ ਹੈ ਪੁੱਛ ਲਿਆ ਕਰੋ। ਕਿਸੇ ਵੀ ਬੱਚੇ ਦਾ ਕੋਈ ਵੀ ਮੈਸੇਜ ਨਹੀਂ ਆਉਂਦਾ ਕਦੇ ਵੀ ਕਿ ਸਾਨੂੰ ਇੱਥੇ ਇਹ ਪ੍ਰੋਬਲਮ ਸੀ। ਸੋ ਬੇਟਾ ਟਰਾਈ ਟੂ ਗਿਵ ਮੀ ਫੀਡਬੈਕ। ਓਕੇ, ਸੋ ਟਿਲ ਦੈਨ ਗੁੱਡ ਬਾਏ, ਹੈਵ ਨਾਈਸ ਡੇ, ਹੈਪੀ ਲਰਨਿੰਗ।